ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਗੁਰੂ ਪਿਆਰਿਆਂ ਨੇ ਇਸ ਤੋਂ ਪਹਿਲੀ ਵੀਡੀਓ ਵਿੱਚ ਸਰਵਣ ਕੀਤਾ ਹੈ ਕਿ ਜੀਵਨ ਵਿੱਚ ਵਾਪਰੀਆਂ ਕੁਝ ਘਟਨਾਵਾਂ ਕਾਰਨ ਚਾਚਾ ਜੀ ਨੂੰ ਗੁਰਬਾਣੀ ਤੇ ਅਥਾਹ ਸ਼ਰਧਾ ਤੇ ਵਿਸ਼ਵਾਸ ਹੋ ਗਿਆ ਸੀ। ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਸੰਤ ਸਾਧ ਬ੍ਰਹਮ ਗਿਆਨੀ ਦੀ ਮਹਿਮਾ ਸੁਣ ਕੇ ਸੱਚੇ ਮਹਾਂਪੁਰਖ ਦੀ ਭਾਲ ਦੀ ਖਿੱਚ ਹੋਈ। ਜਿਵੇਂ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਕਵਿਤਾ ਵਿੱਚ ਲਿਖਿਆ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ, ਇੱਕੋ ਲੱਗਣ ਲੱਗੀ ਲਈ ਜਾਂਦੀ ਹੈ ਟੋਰ ਆਨੰਦ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਕਰਨਲ ਰਘਬੀਰ ਸਿੰਘ ਜੀ, ਜਿਨ੍ਹਾਂ ਦੀ ਉਮਰ ਇਸ ਸਮੇਂ ਲਗਭਗ 80 ਸਾਲ ਦੇ ਕਰੀਬ ਹੈ ਤੇ ਸਿਗਨਲ ਕੋਰ ਚੋਂ ਕਰਨਲ ਦੇ ਪਦ ਤੇ ਰਿਟਾਇਰ ਹੋਏ ਹਨ, ਇਹਨਾਂ ਨੇ ਲਗਭਗ 45 ਸਾਲ ਚਾਚਾ ਜੀ ਦੀ ਸੰਗਤ ਦੀ ਰੰਗਤ ਮਾਣੀ ਹੈ। ਆਓ ਅੱਜ ਕਰਨਲ ਸਾਹਿਬ ਦੀ ਜ਼ੁਬਾਨੀ ਚਾਚਾ ਜੀ ਦੀ ਸੱਚੇ ਸਾਧ ਨਾਲ ਹੋਈ ਮਿਲਾਪ ਵਾਲੀ ਗਾਥਾ ਸਰਵਣ ਕਰੀਏ ਜੀ। ਮੈਂ ਕਰਨਲ ਰਘਬੀਰ ਸਿੰਘ ਸਰਿਹਾਲੀ ਆਪ ਸੰਗਤਾਂ ਦੇ ਰੂਬਰੂ ਮਿਲਣ ਦਾ ਮੈਨੂੰ ਮੌਕਾ ਮਿਲਿਆ ਅਤੇ ਮੈਂ ਚਾਚਾ ਜੀ ਮੇਜਰ ਸਮਰਾ ਦੀ ਜੀਵਨੀ ਵਿੱਚੋਂ ਕੁਝ ਬਚਨਾਂ ਦੇ ਦੱਸਣ ਦਾ ਸੁਭਾਗ ਮਿਲਿਆ ਮੈਨੂੰ। ਸਭ ਤੋਂ ਪਹਿਲਾਂ ਆਪ ਸੰਗਤ ਦਾ ਧੰਨਵਾਦ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਜਰ ਤੇਜਾ ਸਿੰਘ ਸਮਰਾ, ਜਿਨ੍ਹਾਂ ਨੂੰ ਆਪਾਂ ਚਾਚਾ ਜੀ ਕਰਕੇ ਵੀ ਜਾਣਦੇ ਹਾਂ, ਮੋਗਾ ਜ਼ਿਲ੍ਹਾ ਦੇ ਭਿੰਡਰ ਕਲਾਂ ਦੇ ਲਾਗੇ ਪਿੰਡ ਲੋਹਗੜ੍ਹ ਦੇ ਸਨ। ਪਰਿਵਾਰਕ ਅਤੇ ਪੂਰਬਲੇ ਸੰਸਕਾਰਾਂ ਅਨੁਸਾਰ ਆਪ ਜੀ ਨੇ ਛੋਟੀ ਆਯੂ ਤੋਂ ਹੀ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਅਤੇ ਕੀਰਤਨ ਦੀ ਦਾਤ ਪ੍ਰਾਪਤ ਕਰ ਲਈ ਸੀ। ਫੌਜ ਵਿੱਚ ਭਰਤੀ ਹੋਣ ਦੇ ਕੁਝ ਕੁ ਵਰ੍ਹਿਆਂ ਬਾਅਦ ਕਮਿਸ਼ਨ ਲੈ ਕੇ ਅਫਸਰ ਬਣ ਗਏ ਸਨ। ਆਪਣੀ ਨੌਕਰੀ ਦੌਰਾਨ ਵੀ ਆਪ ਜੀ ਨੇ ਗੁਰਬਾਣੀ ਵਿਚਾਰ ਨਾਲ ਪੜ੍ਹਨ ਅਤੇ ਕੀਰਤਨ ਨਾਲ ਜੁੜੇ ਰਹੇ। ਕਰੀਬ 1960 ਤੋਂ ਲੈ ਕੇ 10-12 ਵੇਰ ਆਪ ਬਹੁਤ ਪ੍ਰੇਮ ਨਾਲ ਹੇਮਕੁੰਡ ਸਾਹਿਬ ਦਰਸ਼ਨ ਕਰ ਜਾਂਦੇ ਰਹੇ। ਇਹਨਾਂ ਦੀ ਸਖਤ ਘਾਲਣਾ, ਸੇਵਾ ਸੰਗਤ ਪ੍ਰਤੀ ਅਤੇ ਖਾਸ ਕਰ ਸਾਰੀ ਸੰਗਤ ਨੂੰ ਪਾਣੀ ਪਿਲਾਉਣ ਕਰਕੇ ਮੇਜਰ ਸਾਹਿਬ ਨੂੰ ਆਮ ਤੌਰ 'ਤੇ ਭਾਈ ਕਨ੍ਹਈਆ ਵੀ ਕਹਿੰਦੇ ਸਨ। ਇੱਥੇ ਹੀ ਸਰਿਆਲੀ ਪਿੰਡ ਦੇ ਮਾਤਾ ਗੁਰਦੀਪ ਕੌਰ, ਜੋ ਕਿ ਹੇਮਕੁੰਡ ਟਰੱਸਟ ਦੇ ਕਰੀਬ 25 ਸਾਲ ਤੱਕ ਅਹਿਮ ਮੈਂਬਰ ਰਹੇ, ਇਹਨਾਂ ਨਾਲ ਆਪ ਜੀ ਦੀ ਸੰਗਤ ਹੋਈ। ਬਚਨ ਬਿਲਾਸ ਕਰਦਿਆਂ ਮੇਜਰ ਸਾਹਿਬ ਦੀ ਮਹਾਂਪੁਰਖਾਂ ਬਾਰੇ ਭਾਲ ਅਤੇ ਜਗਿਆਸਾ ਅਨੁਸਾਰ ਮਾਤਾ ਗੁਰਦੀਪ ਕੌਰ ਜੀ ਨੇ ਦੱਸਿਆ ਕਿ ਸਰਿਆਲੀ ਦੇ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਇੱਕ ਸਿੱਧੇ ਸਾਦੇ ਜੱਟ ਸਾਧ ਪਰ ਇੱਕ ਉੱਚੀ ਬ੍ਰਹਮ ਅਵਸਥਾ ਦੇ ਮਾਲਕ ਹਨ। ਸੁਭਾਵਿਕ ਸੀ ਕਿ ਮੇਜਰ ਸਾਹਿਬ ਨੇ ਬਾਬਾ ਜੀ ਦੇ ਦਰਸ਼ਨ ਕਰਨ ਦੀ ਇੱਛਾ ਦਰਸਾਈ। ਇਸ ਤਰ੍ਹਾਂ ਮਾਤਾ ਜੀ ਦੇ ਨਾਲ ਸਰਿਆਲੀ ਆਏ। ਮਾਤਾ ਜੀ ਨਾਲ ਵਿਚਾਰ ਕਰਕੇ ਆਪਣੇ ਦਸਵੰਧ ਦੇ 500 ਰੁਪਏ ਵੀ ਬਾਬਾ ਜੀ ਦੁਆਰਾ ਚੱਲ ਰਹੀ ਸੇਵਾ ਵਿੱਚ ਭੇਟ ਕਰਨ ਦਾ ਸੋਚ ਲਿਆ ਅਤੇ ਦੋਵੇਂ ਬਾਬਾ ਜੀ ਦੇ ਘਰ ਨੂੰ ਚੱਲ ਪਏ। ਰਸਤੇ ਵਿੱਚ ਹੀ ਬਾਬਾ ਜੀ ਦੇ ਆਪਣੇ ਬੈਲਾਂ ਨੂੰ ਹਲ ਅਤੇ ਪੰਜਾਲੀ ਸਮੇਤ ਘਰ ਨੂੰ ਲਿਜਾਂਦੇ ਦਿਸ ਗਏ। ਇੱਥੇ ਦੱਸਣਾ ਵੀ ਠੀਕ ਹੋਵੇਗਾ ਕਿ ਬਾਬਾ ਤਾਰਾ ਸਿੰਘ ਜੀ ਨੇ ਕਰੀਬ 32-33 ਸਾਲ ਦੀ ਉਮਰ ਤੀਕ ਆਪਣੇ ਪਿਤਾ ਮੰਨਾ ਸਿੰਘ ਜੀ ਦੇ ਨਾਲ ਘਰ ਦੀ ਵਾਹੀ ਖੇਤੀ ਦੀ ਪੂਰੀ ਜ਼ਿੰਮੇਵਾਰੀ ਨਿਭਾਈ ਤਾਂ ਕਿ ਛੋਟੇ ਭੈਣ ਭਰਾ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਣ। ਬਾਬਾ ਜੀ ਨੂੰ ਦੂਰੋਂ ਦੇਖ ਕੇ ਮੇਜਰ ਸਾਹਿਬ ਦੇ ਮਨ ਵਿੱਚ ਫੁਰਨਾ ਉੱਠਿਆ, ਮਤਾ ਮੇਰਾ ਦਸਵੰਧ ਵੀ ਕਿਧਰੇ ਇਹ ਬਾਬਾ ਜੀ ਆਪਣੇ ਪਰਿਵਾਰਕ ਕੰਮਾਂ ਵਿੱਚ ਵਰਤ ਲੈਣ। ਘਰ ਪਹੁੰਚਣ 'ਤੇ ਬਾਬਾ ਜੀ ਨੇ ਜਾਲੀ ਪਾਣੀ ਵਰਤ ਕੇ ਮਾਤਾ ਜੀ ਨੂੰ ਫਤਿਹ ਬੁਲਾ ਕੇ ਜੀ ਆਇਆਂ ਆਖਿਆ। ਮਾਤਾ ਜੀ ਨੇ ਮੇਜਰ ਸਾਹਿਬ ਦਾ ਪਰੀਚਾ ਕਰਵਾਇਆ
ਤੇ 500 ਰੁਪਏ ਇਹਨਾਂ ਦੇ ਦਸਵੰਧ ਦੀ ਸੇਵਾ ਲਈ ਲੈ ਲੈਣ ਲਈ ਬੇਨਤੀ ਕੀਤੀ। ਬਾਬਾ ਜੀ ਨੇ ਮਾਤਾ ਜੀ ਨੂੰ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ ਮੇਜਰ ਸਾਹਿਬ ਕਿਤੇ ਇਹ ਨਾ ਸੋਚ ਲੈਣ ਕਿ ਸ਼ਾਇਦ ਅਸੀਂ ਇਹਨਾਂ ਦੀ ਦਸਵੰਧ ਦੀ ਮਾਇਆ ਘਰ ਵਿੱਚ ਵੀ ਵਰਤ ਲਈਏ। ਇਸ 'ਤੇ ਮੇਜਰ ਸਾਹਿਬ ਨੂੰ ਅੰਦਰੋਂ ਅੰਦਰੀ ਹੀ ਆਪਣੇ ਤਰਕ ਕਰਨ ਦੀ ਗਲਤੀ ਦਾ ਅਹਿਸਾਸ ਹੋਇਆ, ਪਰ ਬਾਕੀ ਬਚਨ ਬਲਾਸ ਸੁਣਦਿਆਂ ਬਹੁਤ ਪ੍ਰਸ਼ੰਸਾ ਅਤੇ ਤਸੱਲੀ ਹੋਈ। ਇਸ ਵਕਤ ਮੇਜਰ ਸਾਹਿਬ ਦੀ ਪੋਸਟਿੰਗ ਫਿਰੋਜ਼ਪੁਰ ਕੈਂਟ ਵਿੱਚ ਸੀ। ਜਦ ਫਿਰ ਆਏ ਤਾਂ ਮਨ ਦੇ ਸਕਲਪਾਂ ਵਿਕਲਪਾਂ ਅਨੁਸਾਰ ਨਵਾਂ ਫੁਰਨਾ ਪੈਦਾ ਹੋ ਗਿਆ ਕਿ ਮੇਰੇ ਪੁੱਛਿਆਂ ਬਗੈਰ ਹੀ ਬਾਬਾ ਜੀ ਜੇ ਮੇਰੇ ਸੋਚੇ ਹੋਏ 3 ਸਵਾਲਾਂ ਦਾ ਜਵਾਬ ਦੇ ਦੇਣ। ਇਸ ਤਰ੍ਹਾਂ ਸੋਚਦਿਆਂ ਬੈਠ ਗਏ ਸੰਗਤ ਵਿੱਚ, ਅਤੇ ਬਾਬਾ ਜੀ ਦੇ ਬਚਨਾਂ ਦੁਆਰਾ ਇਹਨਾਂ ਨੂੰ ਇਸ ਤਰ੍ਹਾਂ ਜਾਪਿਆ ਕਿ ਇਹ ਤਾਂ ਇਹਨਾਂ ਦੇ ਸਵਾਲਾਂ ਦੇ ਅਨੁਸਾਰ ਹੀ ਸਾਰੀ ਬਚਨ ਬਲਾਸ ਹੋ ਰਹੇ ਹਨ। ਇਸ ਦੀ ਵੀ ਇਹਨਾਂ ਨੂੰ ਬਹੁਤ ਤਸੱਲੀ ਅਤੇ ਪ੍ਰਸ਼ੰਸਾ ਹੋਈ। ਪ੍ਰੇਮ ਹੋਰ ਵੱਧਦਾ ਗਿਆ ਅਤੇ ਅੰਦਰੂਨੀ ਖਿੱਚ ਧੂ ਪਾਉਣ ਲੱਗ ਪਈ। ਕੁਝ ਦਿਨ ਬਾਅਦ ਮੇਜਰ ਸਾਹਿਬ ਜੀ ਫਿਰੋਜ਼ਪੁਰ ਤੋਂ ਗੁਰਦਾਸਪੁਰ ਵੱਲ ਆਪਣੀ ਯੂਨਿਟ ਨੂੰ ਸਕੀਮ 'ਤੇ ਜਾਣ ਵਾਸਤੇ ਕਾਨਵਾਈ ਕਮਾਂਡਰ ਵਜੋਂ ਇਹਨਾਂ ਦੀ ਡਿਊਟੀ ਲੱਗ ਗਈ। ਸਰਿਆਲੀ ਦੇ ਰਸਤੇ ਥਾਣੀ ਹੀ ਜਾਣਾ ਸੀ। ਹਰੀਕੇ ਪਹੁੰਚਦਿਆਂ ਮਨ ਵਿੱਚ ਫੁਰਨਾ ਆਇਆ ਕਿ ਜੇ ਬਾਬਾ ਜੀ ਸਰਿਆਲੀ ਸੜਕ ਦੇ ਕਿਨਾਰੇ ਹੱਥ ਵਿੱਚ ਆਪਣਾ ਸੋਟਾ ਫੜੀ ਦਰਸ਼ਨ ਦੇਣ ਤਾਂ ਮੇਰੀ ਪੂਰੀ ਤਸੱਲੀ ਹੋ ਜਾਵੇ। ਹਰੀਕੇ ਤੋਂ ਸਰਿਆਲੀ ਕਰੀਬ 8 ਮੀਲ ਦਾ ਰਸਤਾ। ਮੇਜਰ ਸਾਹਿਬ ਦੁਚਿੱਤੀ ਵਿੱਚ ਰਹਿ ਕਿ ਕੀ ਮੇਰੀ ਇਹ ਸੋਚ ਗੁਰਮਤਿ ਅਨੁਸਾਰ ਠੀਕ ਹੈ ਜਾਂ ਗਲਤ। ਸੋਚਦੇ ਹੋਏ ਸਰਿਆਲੀ ਪਹੁੰਚੇ ਤਾਂ ਬਾਬਾ ਜੀ ਉਸੇ ਤਰ੍ਹਾਂ ਸੜਕ ਦੇ ਕਿਨਾਰੇ ਹੱਥ ਵਿੱਚ ਸੋਟਾ ਫੜੀ ਖੜ੍ਹੇ ਸਨ। ਜਿਸ ਤਰ੍ਹਾਂ ਇਹਨਾਂ ਨੇ ਆਪਣੇ ਮਨ 'ਚ ਚਿਤਵਿਆ ਸੀ ਉਹੀ ਹੋ ਗਿਆ। ਜੀਪ ਰੁਕਵਾਈ ਅਤੇ ਦੌੜ ਕੇ ਵਰਦੀ ਸਮੇਤ ਬਾਬਾ ਜੀ ਦੇ ਸਾਹਮਣੇ ਟਹਿ ਪਏ। ਅੱਖਾਂ ਵਿੱਚੋਂ ਪ੍ਰੇਮ ਅਤੇ ਵਿਰਾਗ ਦੇ ਹੰਝੂ ਡਿੱਗ ਰਹੇ ਸਨ। ਬਾਬਾ ਜੀ ਨੇ ਫੜ ਕੇ ਉਠਾਇਆ ਅਤੇ ਹੌਲੀ ਜੀ ਬੋਲਿਆ, ਮੇਜਰ ਸਾਹਿਬ, ਵਰਦੀ ਵਿੱਚ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਤੁਹਾਡੇ ਪਿੱਛੇ ਗੱਡੀਆਂ ਵਿੱਚ ਬੈਠੇ ਤੁਹਾਡੇ ਜਵਾਨ ਅਤੇ ਸਾਥੀ ਕੀ ਸੋਚਣਗੇ। ਫਿਰ ਬਾਬਾ ਜੀ ਨੇ ਰਮਜ ਵਿੱਚ ਕਿਹਾ, ਤੁਸੀਂ ਸਾਡਾ ਪਰਚਾ ਪਾਇਆ, ਜੇ ਅਸੀਂ ਤੁਹਾਨੂੰ ਪਰਚਾ ਪਾਇਆ ਤਾਂ ਪਾਸ ਹੋ ਜਾਓਗੇ। ਅੱਜ ਤਾਂ ਅਸੀਂ ਬਹੁਤ ਲਾਗੇ ਸਾਂ, ਜੇ ਕਿਤੇ ਦੂਰ ਗਏ ਹੁੰਦੇ ਤਾਂ ਵੀ ਸਾਨੂੰ ਤੁਹਾਡਾ ਹੁਕਮ ਮੰਨਣਾ ਪੈਣਾ ਸੀ। ਮੇਜਰ ਸਾਹਿਬ ਨੇ ਖਿਮਾ ਜਾਚਨਾ ਕੀਤੀ ਤਾਂ ਬਾਬਾ ਜੀ ਨੇ ਕਿਹਾ, ਨਹੀਂ ਨਹੀਂ, ਪਰਖ ਕਰਨੀ ਕੋਈ ਮਾੜੀ ਗੱਲ ਨਹੀਂ, ਪਰ ਪਰਖ ਕਰਕੇ ਫਿਰ ਪਿੱਛੇ ਹਟ ਜਾਣਾ ਬਹੁਤ ਮਾੜਾ ਹੁੰਦਾ ਹੈ। ਇਸ ਦਿਨ ਤੋਂ ਮੇਜਰ ਸਾਹਿਬ, ਜੋ ਪਹਿਲਾਂ ਹੀ ਗੁਰਮਤਿ ਅਨੁਸਾਰ ਵਿਚਰ ਰਹੇ ਸਨ, ਹੋਰ ਪਰਮਾਤਮਾ ਦੀ ਬਖਸ਼ਿਸ਼ ਹੋਈ। ਮੇਰੇ ਵਰਗਾ ਸ਼ਬਦਾਂ ਰਾਹੀਂ ਇਹ ਦੱਸ ਨਹੀਂ ਸਕੇਗਾ, ਪਰ ਮੇਜਰ ਸਾਹਿਬ ਹਮੇਸ਼ਾ ਲਈ ਸਹਿਜ ਅਵਸਥਾ ਵਿੱਚ ਅਗੰਮੀ ਆਨੰਦ ਮਾਣਦੇ ਹੀ ਦਿਸਦੇ ਰਹੇ। ਫੌਜ ਤੋਂ ਰਿਟਾਇਰ ਹੋ ਕੇ ਮੇਜਰ ਸਾਹਿਬ 10-12 ਸਾਲ ਤੀਕ ਤਕਰੀਬਨ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਤੱਕ ਅੰਮ੍ਰਿਤਸਰ ਰੋਜ਼ ਸਵੇਰੇ ਤੜਕੇ ਹਰਿਮੰਦਰ ਸਾਹਿਬ ਕਵਾੜ ਖੋਲ੍ਹਣ ਦੇ ਟਾਈਮ 'ਤੇ ਸੇਵਾ ਕਰਨ ਲਈ ਹਾਜ਼ਰ ਹੋ ਜਾਂਦੇ ਸਨ ਅਤੇ ਦਿਨੇ ਵੀ ਬਹੁਤ ਸਮਾਂ ਸੁਰਤੀ ਬਿਰਤੀ ਨਾਲ ਗੁਰਬਾਣੀ ਜਾਂ ਕੀਰਤਨ ਵਿੱਚ ਮਗਨ ਰਹਿੰਦੇ। ਇੱਥੇ ਹੀ ਚੰਦਾ ਤਾਰਾ ਸਿਨੇਮਾ ਵਿੱਚ ਬਤੌਰ ਮੈਨੇਜਰ ਸੇਵਾ ਨਿਭਾਉਂਦਿਆਂ ਇਹਨਾਂ ਦਾ ਨਾਮ ਚਾਚਾ ਜੀ ਕਰਕੇ ਪੱਕ ਗਿਆ ਸੀ ਅਤੇ ਇੱਥੇ ਵੀ ਅਨੇਕਾਂ ਗੁਰਮੁਖ ਰੂਹਾਂ ਦਾ ਆਉਣਾ ਜਾਣਾ ਮੇਜਰ ਸਾਹਿਬ ਪਾਸ ਲੱਗਾ ਹੀ ਰਹਿੰਦਾ ਸੀ। ਮੇਜਰ ਸਾਹਿਬ ਨੇ ਤਰਨਤਾਰਨ ਆਪਣੀ ਰਿਹਾਇਸ਼ ਰੱਖੀ ਹੋਈ ਸੀ। ਉੱਥੇ ਵੀ 1984 ਦੇ ਬਾਅਦ ਤੜਕੇ ਦਰਬਾਰ ਸਾਹਿਬ ਜਾਂਦੇ ਅਤੇ ਅੰਮ੍ਰਿਤ ਵੇਲੇ ਹੀ ਹਰ ਪ੍ਰਕਾਰ ਦੀ ਸੇਵਾ ਲਈ ਤਤਪਰ ਰਹਿੰਦੇ। ਮੈਨੂੰ ਯਾਦ ਹੈ ਕਿ ਜਦ ਵੀ ਮੇਜਰ ਸਾਹਿਬ ਕੋਲ ਜਾਣਾ, ਇਹਨਾਂ ਬਹੁਤ ਹੀ ਖੁਸ਼ੀ ਅਤੇ ਚੜ੍ਹਦੀ ਕਲਾ ਵਿੱਚ ਫਤਿਹ ਦੀ ਸਾਂਝ ਪਾਉਂਦਿਆਂ ਹੀ ਕਹਿਣਾ ਕਿ ਪਹਿਲਾਂ ਪਰਮੇਸ਼ਰ ਦੇ ਦਰ 'ਤੇ ਹਾਜ਼ਰੀ ਭਰੀਏ। ਇਸ ਵਿੱਚ 5 ਵਾਰੀ ਮੂਲ ਮੰਤਰ ਦਾ ਪਾਠ ਪਹਿਲਾਂ ਆਪ ਨੇ ਅਤੇ ਪਿੱਛੇ ਪਿੱਛੇ ਆਈ ਗੁਰਮੁਖ ਰੂਹ ਨੂੰ, ਫਿਰ 5 ਵੇਰ ਦੂਜੇ ਨੂੰ ਬੋਲਣ ਵਾਸਤੇ ਅਤੇ ਆਪ ਪਿੱਛੇ ਪਿੱਛੇ। ਇਸ ਤਰ੍ਹਾਂ 5 ਵੇਰ ਵਾਹਿਗੁਰੂ ਸ਼ਬਦ ਦਾ ਜਾਪ, ਜਿਵੇਂ ਵਾਹਿਗੁਰੂ 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 ਵਾਹਿ ਜੀਓ, ਆਪ ਫਿਰ ਦੂਸਰੇ ਪਾਸੋਂ ਕਰਵਾਉਣਾ, ਪਹਿਲਾਂ ਆਪ ਬੋਲਣਾ।
ਇਸ ਦੇ ਬਾਅਦ ਇਹਨਾਂ ਨੇ ਮਿਸ਼ਰੀ ਅਤੇ ਇਲਾਚੀ ਦਾ ਸੁਆਇਆ ਪ੍ਰਸ਼ਾਦ ਦੇ ਕੇ ਫਤਿਹ ਬੁਲਾ ਦੇਣੀ, ਭਾਵ ਸਾਹ ਸਾਹ ਨੂੰ ਲੇਖੇ ਲਾਉਣ ਵਾਲੀ ਆਪਣੀ ਅਵਸਥਾ ਵਿੱਚ ਰਹਿ ਅਜਿਹੀਆਂ ਰੂਹਾਂ ਦੇ ਨਾਲ ਮਿਲਾਪ ਅਤੇ ਸੰਗਤ ਭਾਗਾਂ ਨਾਲ ਹੀ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੇ 189 ਅੰਗ 'ਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ। ਚਾਚਾ ਜੀ ਦੇ ਜੀਵਨ ਤੋਂ ਤੇ ਇਸ ਗਾਥਾ ਤੋਂ ਇਹ ਸੇਧ ਮਿਲਦੀ ਹੈ ਕਿ ਸੰਤ ਦੀ ਭਾਲ ਕਰੋ ਤੇ ਪੂਰਨ ਸੰਤ ਦੀ ਸਹੀ ਪਛਾਣ ਵੀ ਕਰੋ। ਜਿਵੇਂ ਭਗਤ ਕਬੀਰ ਜੀ ਦਾ ਫਰਮਾਨ ਹੈ, ਕਬੀਰ ਸੇਵਾ ਕੋ ਦੋਇ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਤੇ ਫਿਰ ਉਸ ਦੀ ਸੰਗਤ ਨਾ ਛੱਡੋ ਤੇ ਹਮੇਸ਼ਾ ਉਸ ਦੀ ਸੰਗਤ ਦਾ ਰੰਗ ਮਾਣਦੇ ਰਹੋ। ਅੱਜ ਇਤਨੀ ਹੀ ਬੇਨਤੀ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।